परम सत्कारयोग गुरु की साजी नवाजी साध संगत जी, आप वडभागे हो। हर रोज की तरह सचखंड श्री हरमंदिर साहिब जी तो प्राप्त होए श्री मुखवाक दी कथा विचार सांझी करन वास्ते गुरुद्वारा मंजी साहिब दीवान विखे तथा देश विदेशों के अंदर अते घरां विच सतगुरां दी पावन हाजरी विच जुड़ बैठे हो। दीन दुनिया दे मालिक जगत जलंदे दे रक्षक ज्ञान दे महासागर साहिब श्री गुरु ग्रंथ साहिब सच्चे पातशाह जी ने अमृत वेले सचखंड श्री हरमंदिर साहिब जी विखे प्रकाशमान होके अज दा ये पावन श्री मुखवाक साहिब श्री गुरु नानक देव सच्चे पातशाह जी दी पावन रसना द्वारा समुची लुकाई नूं बख्शिश कीता है और सतगुरु जी ने इस पावन हुक्म दे अंदर सानू आपा भाव मिटा के दासा भाव धारण करके उस वाहिगुरू नाल बिरती जोड़न दा उपदेश दिता है। आओ प्यार सहित मन बिरतियां नूं एकाग्र करके सतगुरां दे पावन श्री मुखवाक दी विचार सांझी करिए जी। सतनाम श्री वाहे गुरु साहिब जी। बिलावल महला पहला शांत दखनी। सगत जी राग बिलावल विच धन श्री गुरु नानक देव सच्चे पातशाह जी का उचारण किया होया। ये पावन श्री मुखवाक श्री गुरु ग्रंथ साहिब जी दे अंग 843 ते सुभाएमान और सतगुरु जी ने नाल शंत उचारण किया है। शंत दे अर्थ विद्वानां ने वक्रे वक्रे कीते ने। और गुरबाणी विच शंत कई प्रकार दा आया है, पर आम करके इहदे अर्थ जिहड़े ने पद काव कीते जांदे ने।
ਪਦ ਕਾਵਿ ਨੂੰ ਸ਼ੰਤ ਕਿਹਾ ਜਾਂਦਾ ਹੈ। ਸ਼ੰਤ ਸ਼ਬਦ ਦੀ ਚਾਲ ਦਾ ਨਾਮ ਵੀ ਸ਼ੰਤ ਹੈ, ਔਰ ਸ਼ੰਤ ਦਾ ਅਰਥ ਜਸ ਵੀ ਕੀਤਾ ਹੈ। ਜਿਸ ਵਿੱਚ ਵਾਹਿਗੁਰੂ ਦੀ ਵਡਿਆਈ ਕੀਤੀ ਜਾਵੇ ਉਹਨੂੰ ਸ਼ੰਤ ਕਿਹਾ ਜਾਂਦਾ ਹੈ। ਔਰ ਦੱਖਣੀ ਸੰਗਤ ਜੀ ਇਹ ਇੱਕ ਜਾਤੀ ਵੀ ਹੈ, ਔਰ ਦੱਖਣੀ ਇੱਕ ਰਾਗਣੀ ਵੀ ਹੈ। ਔਰ ਇਹ ਜੋ ਬਿਲਾਵਲ ਦੱਖਣੀ ਹੈ, ਇਹਦੇ ਗਾਇਨ ਕਰਨ ਦਾ ਦਿਨ ਦਾ ਤੀਜਾ ਪਹਿਰ ਹੈ, 12 ਵਜੇ ਤੋਂ ਲੈ ਕੇ 3 ਵਜੇ ਤੱਕ। ਔਰ ਇਹ ਦੱਖਣੀ ਰਾਗਣੀ ਦਾ ਪ੍ਰਯੋਗ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਕੀਤਾ ਹੈ। ਵਡਹੰਸ ਮਹੱਲਾ ਪਹਿਲਾ ਦੱਖਣੀ, ਆਰਾਮ ਕਲੀ ਮਹੱਲਾ ਪਹਿਲਾ ਦੱਖਣੀ, ਓਅੰਕਾਰ। ਇਸੇ ਤਰ੍ਹਾਂ ਮਾਰੂ ਮਹੱਲਾ ਪਹਿਲਾ ਦੱਖਣੀ, ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਦੱਖਣੀ ਜਾਤੀ ਦਾ, ਦੱਖਣੀ ਰਾਗਣੀ ਦਾ ਔਰ ਦੱਖਣ ਦੀਆਂ ਸਿੱਖ ਸੰਗਤਾਂ ਨੂੰ ਪਾਵਨ ਉਪਦੇਸ਼ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਸੀ। ਔਰ ਸੰਗਤ ਜੀ ਵਡਹੰਸ ਵਿੱਚ ਵੀ ਦੱਖਣੀ ਆਉਂਦਾ ਹੈ, ਔਰ ਸਤਿਗੁਰੂ ਪਾਤਸ਼ਾਹ ਜੀ ਨੇ ਕਈ ਰਾਗਾਂ ਦੇ ਵਿੱਚ ਇਹ ਦੱਖਣੀ ਦਾ ਪ੍ਰਯੋਗ ਕੀਤਾ ਹੈ। ਵਿਦਵਾਨਾਂ ਦੀ ਇਹ ਵੀ ਵਿਚਾਰ ਹੈ ਕਿ ਜਦੋਂ ਰਾਗ ਦੇ ਨਾਲ ਕੋਈ ਦੇਸੀ ਰਾਗ ਆਦਿਕ ਜੋੜਿਆ ਜਾਵੇ ਤੇ ਉਹਦਾ ਨਾਮ ਵੀ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਇੱਥੇ ਬਿਲਾਵਲ ਮਹੱਲਾ ਪਹਿਲਾ ਸ਼ੰਤ ਔਰ ਇਹਦੇ ਨਾਲ ਦੱਖਣੀ ਵੀ ਹਜ਼ੂਰ ਨੇ ਉਚਾਰਨ ਕੀਤਾ ਹੈ। ਤੋ ਸੰਗਤ ਜੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਬਿਲਾਵਲ ਦੱਖਣੀ ਦੇ ਵਿੱਚ ਇਹ ਪਾਵਨ ਸ਼ਬਦ ਸ਼ੰਤ ਦੇ ਰੂਪ ਵਿੱਚ ਅੱਜ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ, ਇੱਕ ਜੋ ਅਦੁੱਤੀ ਹੈ, ਅਦਵੈਤ ਹੈ, ਜਾਤੀ ਸਜਾਤੀ ਪਰਮਗਤ ਰਹਿਤ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਪਰਮਾਤਮਾ ਇੱਕ ਹੈ, ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰਿਆਂ ਦੀ ਪਾਲਣਾ ਕਰਨ ਵਾਲਾ ਅਤੇ ਸਾਰਿਆਂ ਦੀ ਲੈਤਾ ਕਰਨ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਇੱਕ ਹੈ। ਸੰਸਾਰ ਦੇ ਅੰਦਰ ਭਾਵੇਂ ਅਸੀਂ ਉਹਦੇ ਨਾਮ ਤੋਂ ਵੱਖ-ਵੱਖ ਵੰਡੀਆਂ ਪਾ ਲਈਆਂ, ਪਰ ਹੈ ਉਹ ਇੱਕ ਹੈ। ਉਸ ਇੱਕ ਦੀ ਪ੍ਰਾਪਤੀ ਕਿਵੇਂ ਹੋਵੇਗੀ ਜੀ? ਸਤਿਗੁਰ ਪ੍ਰਸਾਦ। ਹਜ਼ੂਰ ਕਹਿੰਦੇ ਸਤਿਗੁਰੂ ਦੀ ਕਿਰਪਾ ਨਾਲ ਉਸ ਇੱਕ ਦੀ ਪ੍ਰਾਪਤੀ ਹੁੰਦੀ ਹੈ। ਜਿਹੜੇ ਪ੍ਰਾਣੀ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਗੁਰੂ ਉਪਦੇਸ਼ ਲੈ ਕੇ ਕਮਾਈ ਕਰਦੇ ਨੇ, ਫਿਰ ਗੁਰੂ ਦੀ ਕਿਰਪਾ ਨਾਲ ਭਾਈ ਉਹਨਾਂ ਨੂੰ
ਇੱਕ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਮੁੰਦ ਨਵੇਲੜੀਆ। ਮੁੰਦ ਦਾ ਅਰਥ ਹੈ ਇਸਤਰੀ, ਨਵੇਲੜੀਆ ਦਾ ਅਰਥ ਹੈ ਨਵੀਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਜੀਵ ਇਸਤਰੀ, ਤੂੰ ਨਵੀਨ ਜੋਬਨ ਵਾਲੀ ਹੈ। ਭਾਵ ਇਹ ਤੈਨੂੰ ਨਵਾਂ ਸਰੀਰ ਪ੍ਰਾਪਤ ਹੋਇਆ ਹੈ। ਔਰ ਇਸੇ ਤਰ੍ਹਾਂ ਹੀ ਮੁੰਦ ਨਵੇਲੜੀਆ, ਹੇ ਜੀਵ ਇਸਤਰੀ, ਤੂੰ ਨਵੀਨ ਜੋਬਨ ਵਾਲੀ ਹੈ ਅਤੇ ਸ਼ੌਕ ਰੂਪੀ ਅਵਸਥਾ ਵਾਲੀ ਹੈ। ਗੋਇਲ ਆਈ RAM। ਹੇ ਭਾਈ, ਇਹ ਜੀਵ ਇਸਤਰੀ ਇਸ ਤਰ੍ਹਾਂ ਮਾਤ ਲੋਕ ਵਿੱਚ ਆਈ ਹੈ, ਜਿਵੇਂ ਗਵਾਲੇ ਡੰਗਰ ਚਾਰਨ ਵਾਸਤੇ ਔੜ ਦੇ ਦਿਨਾਂ ਵਿੱਚ ਕਿਸੇ ਨਦੀ ਜਾਂ ਦਰਿਆ ਦੇ ਕਿਨਾਰੇ ਤੇ ਜਾਂਦੇ ਨੇ, ਪਰ ਉਹ ਉਹਨਾਂ ਦਾ ਪੱਕਾ ਡੇਰਾ ਨਹੀਂ ਹੁੰਦਾ। ਗੋਇਲ ਆਇਆ ਗੋਇਲੀ, ਕਿਆ ਤਿਸ ਡੰਪ ਫਸਾਰ। ਸੰਗਤ ਜੀ, ਉਹ ਗਵਾਲੇ ਡੰਗਰ ਚਾਰਨ ਵਾਲੇ ਕੁਝ ਸਮੇਂ ਵਾਸਤੇ ਔੜ ਲੱਗਣ ਕਰਕੇ ਨਦੀ ਦੇ ਕਿਨਾਰੇ ਤੇ ਡੰਗਰ ਲੈ ਕੇ ਆਉਂਦੇ ਨੇ। ਸਮਾਂ ਬੀਤਣ ਤੋਂ ਬਾਅਦ ਫਿਰ ਉਹ ਗਵਾਲੇ ਆਪਣੇ ਘਰਾਂ ਨੂੰ ਮੁੜ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ, ਇਸੇ ਤਰ੍ਹਾਂ ਇਹ ਜੀਵ ਇਸਤਰੀ ਨਵੀਨ ਜੋਬਨ ਵਾਲੀ ਜਿਹੜੀ ਹੈ, ਇਹ ਵੀ ਗਵਾਲਿਆਂ ਦੀ ਤਰ੍ਹਾਂ ਹੀ ਮਾਤ ਲੋਕ ਵਿੱਚ ਆਈ ਹੈ। ਮਟਕੀ ਡਾਰ ਤਰੀ। ਸੱਚੇ ਪਾਤਸ਼ਾਹ ਜੀ ਕਹਿੰਦੇ, ਮਟਕੀ ਡਾਰ ਧਰੀ। ਅਭਿਮਾਨ ਵਾਲੀ ਜਿਹੜੀ ਅਵਸਥਾ ਸੀ, ਉਹ ਡਾਰ ਸੁੱਟ ਦਿੱਤੀ ਹੈ। ਧਰੀ ਨਾਮ ਰੱਖਣ ਦਾ ਹੈ ਔਰ ਡਾਰ ਨਾਮ ਸੁੱਟਣ ਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮਟਕੀ ਡਾਰ ਧਰੀ। ਇਹ ਸਰੀਰ ਰੂਪੀ ਜਿਹੜੀ ਮਟਕੀ ਹੈ ਨਾ ਜੀ, ਮੱਟੀ, ਇਹਦੇ ਵਿੱਚੋਂ ਅਭਿਮਾਨ, ਹੰਕਾਰ, ਹਉਮੈ ਆਦਿਕ ਨੂੰ ਉਹਨੇ ਕੱਢ ਕੇ ਪਾਸੇ ਰੱਖ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐਸੀ ਉਹ ਜੀਵ ਇਸਤਰੀ ਹਰ ਲਿਵ ਲਾਈ RAM। ਹਉਮੈ ਹੰਕਾਰ ਤੋਂ ਰਹਿਤ ਹੋ ਕਰਕੇ ਜੀਵ ਇਸਤਰੀ ਨੇ ਹਰੀ ਵਾਹਿਗੁਰੂ ਦੇ ਨਾਲ ਆਪਣੀ ਲਿਵ ਲਾਉਣਾ ਕੀਤੀ ਹੈ, ਬਿਰਤੀ ਜੋੜਨਾ ਕੀਤੇ। ਲਿਵ ਲਾਏ ਹਰ ਸਿਉ ਰਹੀ ਗੋਇਲ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਲ ਇਹ ਜੀਵ ਰੂਪੀ ਇਸਤਰੀ ਆਪਣੀ ਲਿਵ ਲਾ ਕੇ ਰੱਖਦੀ ਹੈ, ਕਿਉਂਕਿ ਇਹਨੂੰ ਪਤਾ ਹੈ ਸਵਾਸਾਂ ਦੀ ਪੂੰਜੀ ਪੂਰੀ ਹੋਣ ਤੋਂ ਬਾਅਦ ਮੈਂ ਇਸ ਬਾਤ ਲੋਕ ਤੋਂ ਤੁਰ ਜਾਣਾ ਹੈ। ਜਿਵੇਂ ਗਵਾਲੇ ਆਏ, ਕੁਝ ਸਮਾਂ ਉਹਨਾਂ ਨੇ ਨਦੀ ਦੇ ਕਿਨਾਰੇ ਤੇ ਡੰਗਰ ਆਦਿ ਚਾਰੇ, ਪਰ ਆਖਰ ਉਹ ਆਪਣੇ ਘਰਾਂ ਨੂੰ ਪਰਤ ਗਏ। ਇਸੇ ਤਰ੍ਹਾਂ ਹੀ ਇਹ ਸੰਸਾਰ ਰੂਪੀ ਨਦੀ ਹੈ ਤੇ ਅਸੀਂ ਜੀਵ ਗਵਾਲਿਆਂ ਦੀ ਤਰ੍ਹਾਂ ਸੰਗਤ ਜੀ ਇੱਥੇ ਆਏ ਹਾਂ ਤੇ ਆਖਰਕਾਰ ਇੱਥੋਂ ਤੁਰ ਜਾਣਾ ਹੈ। ਪਰ ਉਹ ਗਵਾਲੇ ਆਪਣੇ ਘਰ ਦਾ ਚੇਤਾ ਨਹੀਂ ਭੁਲਾਉਂਦੇ। ਐਸਾ ਨਹੀਂ ਵੀ ਆਪਣੇ ਘਰੋਂ ਬਾਹਰ ਗਏ ਤੇ ਉਹ ਘਰ ਭੁੱਲ ਜਾਂਦਾ ਉਹਨਾਂ ਨੂੰ। ਸਤਿਗੁਰੂ ਜੀ ਕਹਿੰਦੇ ਨਹੀਂ, ਇਸੇ ਤਰ੍ਹਾਂ ਹੀ
ਜੀਵ ਰੂਪ ਇਸਤਰੀ ਜਿਹੜੀ ਹੈ ਗਵਾਲਿਆਂ ਦੀ ਤਰ੍ਹਾਂ ਆਪਣੇ ਸਰੂਪ ਰੂਪੀ ਸੱਚਖੰਡ ਰੂਪੀ ਘਰ ਵਾਹਿਗੁਰੂ ਦੇ ਨਾਲ ਆਪਣੀ ਲਿਵ ਲਾ ਕੇ ਰੱਖਦੀ ਹੈ, ਬਿਰਤੀ ਜੋੜ ਕੇ ਰੱਖਦੀ ਹੈ। ਸਹਿਜ ਸ਼ਬਦ ਸਿਗਾਰੀਆ, ਸਹਿਜ ਸੁਤੇ ਸਿੱਧ, ਸਹਿਜ ਗਿਆਨ ਅਵਸਥਾ ਦੁਆਰਾ ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਜੀਵ ਰੂਪੀ ਇਸਤਰੀ ਨੇ ਆਪਣੇ ਆਪ ਨੂੰ ਸ਼ਿੰਗਾਰਨਾ ਕੀਤਾ। ਕਰ ਜੋੜ ਗੁਰ ਪਹਿ ਕਰ ਬੇਨੰਤੀ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਰ ਜੋੜ, ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਟੁੱਟੈ ਪਾਵਾ। ਮਹਾਰਾਜ ਮੈਂ ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਇੱਕ ਦਾੜ ਮੰਗਦਾ ਹਾਂ, ਉਹ ਆਪ ਤਰੁੱਟ ਕੇ ਮੈਨੂੰ ਦਾਨ ਦੀ ਦਾਤ ਬਖਸ਼ਿਸ਼ ਕਰੋ। ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਸਾਨੂੰ ਉਪਦੇਸ਼ ਕਰਦੇ ਨੇ ਕਿ ਮਨ ਤੇ ਬੁੱਧ ਰੂਪੀ ਦੋਵੇਂ ਹੱਥ ਜੋੜਨੇ ਨੇ। ਸੰਗਤ ਜੀ, ਜੇ ਸਾਡਾ ਮਨ ਤੇ ਬੁੱਧ ਇਹ ਬਾਹਰ ਤੁਰੀ ਫਿਰਦੀ ਹੈ ਤੇ ਆਪਾਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਦੇ ਕੋਲ ਖਲੋਤੇ ਹਾਂ, ਤੇ ਫਿਰ ਇਹਨਾਂ ਨੂੰ ਹੱਥ ਜੋੜਿਆ ਨਹੀਂ ਕਿਹਾ ਜਾ ਸਕਦਾ। ਹੱਥ ਜੋੜਨ ਤੋਂ ਭਾਵ ਹੈ ਮਨ ਤੇ ਬੁੱਧ ਇਹ ਦੋਵੇਂ ਗੁਰੂ ਚਰਨਾਂ ਨਾਲ ਜੁੜੇ ਹੋਣ। ਇਹ ਦੋਵੇਂ ਹੱਥ ਜੋੜ ਕੇ ਮਨ ਤੇ ਬੁੱਧ ਰੂਪੀ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰ। ਮਿਲੋ ਸਾਚ ਪਿਆਰੀਆ, ਬੇਨਤੀ ਕੀ ਕਰਨੀ ਹੈ? ਹਜ਼ੂਰ ਕਹਿੰਦੇ ਮਿਲੋ ਸਾਚ ਪਿਆਰੀਆ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੀਆਂ ਮਹਾਤਮਾ ਰੂਪ ਸਖੀਆਂ ਆਪ ਜੀ ਨੂੰ ਪਿਆਰੀਆਂ ਨੇ, ਆਪ ਜੀ ਨੂੰ ਪਿਆਰ ਕਰਦੀਆਂ ਨੇ, ਮਹਾਰਾਜ ਕਿਰਪਾ ਕਰਕੇ ਉਹਨਾਂ ਸੱਚੀਆਂ ਸਹੇਲੀਆਂ ਦੇ ਨਾਲ ਮੇਰਾ ਮਿਲਾਪ ਕਰਵਾ ਦਿਓ। ਤਨ ਪਾਏ ਭਗਤੀ ਦੇਖ ਪ੍ਰੀਤਮ, ਤੇ ਜਦੋਂ ਇਸ ਤਰ੍ਹਾਂ ਬੇਨਤੀ ਕੀਤੀ ਹੱਥ ਜੋੜ ਕੇ, ਮਹਾਰਾਜ ਜਿਹੜੀਆਂ ਸਖੀਆਂ ਤੁਹਾਡੇ ਪਿਆਰ ਵਾਲੀਆਂ ਨੇ, ਜਿਹੜੀਆਂ ਤੁਹਾਡੇ ਸਾਖਿਆਤ ਸਰੂਪ ਦੇ ਦਰਸ਼ਨ ਕਰਦੀਆਂ ਨੇ, ਮਹਾਰਾਜ ਕਿਰਪਾ ਕਰੋ ਉਹਨਾਂ ਦਾ ਮਿਲਾਪ ਬਖਸ਼ਿਸ਼ ਕਰੋ। ਤੇ ਹਜ਼ੂਰ ਕਹਿੰਦੇ ਨੇ ਧਨ ਭਾਏ ਭਗਤੀ ਦੇਖ ਪ੍ਰੀਤਮ। ਧਨ ਦਾ ਅਰਥ ਹੈ ਇਸਤਰੀ, ਭਾਏ ਦਾ ਅਰਥ ਹੈ ਪ੍ਰੇਮ। ਇਸ ਜੀਵ ਰੂਪੀ ਇਸਤਰੀ ਦੀ ਪ੍ਰੇਮਾ ਭਗਤੀ ਵੇਖ ਕੇ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਨੇ ਕਾਮ ਕ੍ਰੋਧ ਨਿਵਾਰਿਆ, ਜੋ ਇਹਦੇ ਅੰਦਰ ਇਹ ਵਿਕਾਰ ਸਨ, ਕਾਮ ਵਾਲੀ ਬਿਰਤੀ ਸੀ ਤੇ ਕ੍ਰੋਧ ਵਾਲੀ ਬਿਰਤੀ ਸੀ, ਗੁੱਸਾ ਆਉਂਦਾ ਸੀ ਵਾਰ-ਵਾਰ, ਕਿਉਂਕਿ ਇਹਨਾਂ ਦੋਨਾਂ ਦਾ ਬਹੁਤ ਸੰਬੰਧ ਹੈ, ਕਾਮ ਤੇ ਕ੍ਰੋਧ ਦਾ। ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲੇ। ਗੁਰਬਾਣੀ ਦੇ ਵਿੱਚ ਵੀ ਕਈ ਥਾਈਂ ਇਹਨਾਂ ਦਾ ਜੋੜ ਆਉਂਦਾ ਹੈ, ਕਾਮ ਤੇ ਕ੍ਰੋਧ ਦਾ। ਸੰਗਤ ਜੀ, ਇਹ ਦੋਵੇਂ ਹੀ ਕਾਇਆ ਨੂੰ ਢਾਲ ਦਿੰਦੇ ਨੇ। ਜਿਵੇਂ ਸੁਹਾਗਾ ਸੋਨੇ ਨੂੰ ਢਾਲਦਾ ਹੈ, ਸੋਨੇ ਨੂੰ ਪਤਲਾ ਕਰ ਦਿੰਦਾ ਹੈ ਪਾਣੀ ਵਰਗਾ, ਇਸੇ ਤਰ੍ਹਾਂ ਜਿਸ ਬੰਦੇ ਦੇ ਅੰਦਰ ਕਾਮ ਵਾਸਨਾ ਤੇ ਕ੍ਰੋਧ ਹੈ, ਕਾਮ ਵਾਸਨਾ ਕਰਕੇ ਕ੍ਰੋਧ ਉਤਪੰਨ ਹੁੰਦਾ ਹੀ ਹੁੰਦਾ ਹੈ,
ਤੇ ਸੰਗਤ ਜੀ ਫਿਰ ਉਸ ਕਾਇਆ ਨੂੰ, ਉਸ ਸਰੀਰ ਨੂੰ ਇਹ ਦੋਵੇਂ ਗਾਲ ਦਿੰਦੇ ਨੇ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਧਨ ਭਾਏ ਭਗਤੀ ਦੇਖ ਪ੍ਰੀਤਮ। ਇਸ ਜੀਵ ਰੂਪ ਇਸਤਰੀ ਦੀ ਪ੍ਰੇਮਾ ਭਗਤੀ ਵੇਖ ਕੇ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਨੇ ਇਹਦੇ ਅੰਦਰੋਂ ਕਾਮ ਤੇ ਕ੍ਰੋਧ ਇਹਨਾਂ ਦੋਨਾਂ ਦੀ ਨਿਵਰਤੀ ਕਰ ਦਿੱਤੀ ਹੈ, ਇਹਨਾਂ ਦੋਨਾਂ ਦੀ ਛੁੱਟੀ ਕਰ ਦਿੱਤੀ ਹੈ। ਆਖਿਆ ਵੀ ਤੁਸੀਂ ਹੁਣ ਇੱਥੋਂ ਜਾਓ, ਤੁਹਾਡਾ ਇੱਥੇ ਕੋਈ ਕੰਮ ਨਹੀਂ। ਸੰਗਤ ਜੀ, ਜੀਵ ਇਸਤਰੀ ਦੀ ਪ੍ਰੇਮਾ ਭਗਤੀ ਵੇਖ ਕੇ ਵਾਹਿਗੁਰੂ ਨੇ ਇਹ ਬਖਸ਼ਿਸ਼ ਕੀਤੀ। ਨਾਨਕ ਮੁੰਦ ਨਵੇਲ ਸੁੰਦਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੁੰਦ ਇਸਤਰੀ, ਨਵੇਲ ਨਵੀਨ ਨਵੀਂ ਤੇ ਸੁੰਦਰ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜੀਵ ਰੂਪ ਇਸਤਰੀ ਤੂੰ ਨਵੀਨ ਜੋਬਨ ਵਾਲੀ ਤੇ ਸੁੰਦਰ ਹੈ। ਦੇਖ ਫਿਰ ਸਾਧਾਰਿਆ। ਪਰ ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ, ਤੂੰ ਆਪਣੇ ਪਤੀ ਵਾਹਿਗੁਰੂ ਨੂੰ ਵੇਖ ਕੇ ਆਪਣੇ ਆਪ ਦਾ ਸੁਧਾਰ ਕੀਤਾ ਹੈ। ਵਾਹਿਗੁਰੂ ਦਾ ਸਾਧਾਰਿਆ, ਆਸਰਾ ਲੈਣਾ ਕੀਤਾ ਹੈ, ਵਾਹਿਗੁਰੂ ਦੇ ਨਾਲ ਜੁੜਨਾ ਕੀਤਾ। ਸੱਚ ਨਵੇਲੜੀਏ। ਸੱਚੇ ਪਾਤਸ਼ਾਹ ਜੀ ਕਹਿੰਦੇ ਸ਼ੌਕ ਰੂਪੀ ਜੋਬਨ ਅਵਸਥਾ ਵਾਲੀਏ। ਜੋਬਨ ਬਾਲੀ ਰਾਮ। ਜੋਬਨ ਨਾਮ ਵੀ ਇਸਤਰੀ ਦਾ ਸੰਗਤ ਜੀ। ਜੋਬਨ ਨਾਮ ਜਵਾਨੀ ਦਾ ਤੇ ਬਾਲੀ ਨਾਮ ਇਸਤਰੀ ਦਾ ਹੈ। ਹਜੂਰ ਕਹਿੰਦੇ ਨੇ ਹੇ ਜੀਵ ਰੂਪ ਇਸਤਰੀਏ ਤੂੰ ਜੋਬਨ ਵਾਲੀ ਹੈ ਔਰ ਸ਼ੌਕ ਰੂਪੀ ਅਵਸਥਾ ਤੈਨੂੰ ਪ੍ਰਾਪਤ ਹੋਈ ਹੈ। ਆਓ ਨਾ ਜਾਓ ਕਹੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਓ ਨਾ ਜਾਓ ਕਹੀ। ਨਾ ਤੂੰ ਜਨਮ ਲੈ ਕੇ ਕਦੇ ਆਵੇਂਗੀ ਤੇ ਨਾ ਹੀ ਤੂੰ ਮਰ ਕੇ ਕਦੇ ਜਾਵੇਂਗੀ। ਆਪਣੇ ਸਹਿ ਨਾਲੀ ਰਾਮ। ਕਿਉਂਕਿ ਤੂੰ ਆਪਣੇ ਪਤੀ ਪਰਮੇਸ਼ਰ ਦੇ ਨਾਲ ਜੁੜੀ ਹੋਈ ਹੈ। ਭਾਈ ਜਿਹੜੀ ਔਰਤ, ਜਿਹੜੀ ਜੀਵ ਇਸਤਰੀ ਆਪਣੇ ਪਤੀ ਪਰਮੇਸ਼ਰ ਨਾਲ ਜੁੜ ਗਈ, ਉਹ ਫਿਰ ਕਿਤੇ ਆਉਂਦੀ ਜਾਂਦੀ ਨਹੀਂ। ਇਹ ਨਹੀਂ ਵੀ ਉਹ ਹਰਿਮੰਦਰ ਸਾਹਿਬ ਵੀ ਆ ਗਈ ਤੇ ਮੁੜ ਕੇ ਕਬਰਾਂ ਤੇ ਵੀ ਚਲੇਗੀ, ਫਿਰ ਉੱਥੇ ਵੀ ਗੱਲ ਨਾ ਬਣੀ ਤੇ ਫਿਰ ਧਾਗੇ ਤਵੀਤਾ ਵਾਲਿਆਂ ਕੋਲ ਉੱਥੇ ਵੀ ਗੱਲ ਨਾ ਪੜੀ ਤੇ ਫਿਰ ਡੇਰਿਆਂ ਤੇ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਆਪਣੇ ਸਹਿ ਮਾਲਕ ਪਤੀ ਵਾਹਿਗੁਰੂ ਨਾਲ ਜੁੜੀ ਹੋਈ ਹੈ ਨਾ, ਉਹ ਭਾਈ ਕਿਤੇ ਵੀ ਆਉਂਦੀ ਜਾਂਦੀ ਨਹੀਂ। ਉਹ ਜਨਮ ਲੈ ਕੇ ਆਉਂਦੀ ਨਹੀਂ, ਮਰ ਕੇ ਕਿਤੇ ਜਾਂਦੀ ਨਹੀਂ। ਨਾਹਿ ਆਪਣੇ ਸੰਗ ਦਾਸੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਹ ਦਾ ਅਰਥ ਹੈ ਪਤੀ ਔਰ ਸੰਗ ਦਾਸੀ। ਆਪਣੇ ਪਤੀ ਪਰਮੇਸ਼ਰ ਨਾਲ ਜਿਸ ਜੀਵ ਇਸਤਰੀ ਨੇ ਦਾਸਾ ਭਾਵ ਧਾਰਨ ਕੀਤਾ ਕਿ ਮੈਂ ਆਪਣੇ ਪਤੀ ਦੀ ਦਾਸੀ ਹਾਂ, ਮੈਂ ਇਹਦੀ ਸੇਵਕ ਹਾਂ। ਔਰ ਸਾਡੇ ਪੁਰਾਣੇ ਗ੍ਰੰਥਾਂ ਵਿੱਚ ਜਦੋਂ ਬੱਚੀਆਂ ਦੇ ਵਿਆਹ ਹੁੰਦੇ ਤੇ ਉਹਨਾਂ ਨੂੰ ਸਿੱਖਿਆ ਵੀ ਇਹੀ ਦਿੱਤੀ ਜਾਂਦੀ ਸੀ। ਸੁਣ ਬੀਬੀ ਮੈਂ ਤੁਝੇ ਸੁਣਾऊं, पत की महिमा कह तक गाऊं, पति की सेवा करनी सफली, पत बिन और करे सब निफली। जाते पत की सेव करी जाए, पाद पकार इशनान करी जाए, सास सेव रिद माहे सो धरनी, गुर जन की इज्जत बहु करनी। ये ਸਿੱਖਿਆ ਆਪਣੀ ਬੱਚੀ ਨੂੰ ਦਿੱਤੀ ਜਾਂਦੀ ਸੀ ਕਿ ਆਪਣੇ ਪਤੀ ਦੀ ਸੇਵਾ ਕਰਨੀ ਹੈ। ਔਰ ਸਾਡੇ ਸਿੱਖ ਧਰਮ ਦੇ ਅੰਦਰ ਕੁਝ ਐਸੀਆਂ ਬੀਬੀਆਂ ਦਾ ਇਤਿਹਾਸ ਆਉਂਦਾ ਹੈ, ਜ਼ਿਕਰ ਆਉਂਦਾ ਹੈ, ਜਿਨ੍ਹਾਂ ਨੇ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਜਾਣ ਕੇ ਉਹਨਾਂ ਦੀ ਸੇਵਾ ਕੀਤੀ ਤੇ ਸੰਗਤ ਜੀ ਉਹਨਾਂ ਨੂੰ ਅਗੰਮੀ ਤਾਕਤ ਪ੍ਰਾਪਤ ਹੋਈ ਹੈ। ਮਾਈ ਸੇਵਾ ਜੀ
ਜਿਨ੍ਹਾਂ ਦੇ ਨਾਮ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਸੇ ਨਗਰੀ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਬਾਜ਼ਾਰ ਬਣਾਇਆ ਸੀ, ਬਾਜ਼ਾਰ ਮਾਈ ਸੇਵਾ। ਇਹ ਕਾਬਲ ਦੇ ਰਹਿਣ ਵਾਲੀ ਸੀ ਸੰਗਤ ਜੀ। ਇਹਨੇ ਆਪਣੇ ਪਤੀ ਦੀ ਸੇਵਾ ਕਰਕੇ ਤੇ ਵਾਹਿਗੁਰੂ ਤੋਂ ਅਗੰਮੀ ਤਾਕਤ ਪ੍ਰਾਪਤ ਕੀਤੀ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਸ ਔਰਤ ਨੇ ਆਪਣੇ ਪਤੀ ਦੀ ਦਾਸੀ ਬਣ ਕੇ, ਸੇਵਕ ਬਣ ਕੇ ਸੇਵਾ ਕੀਤੀ, ਮੈਂ ਭਗਤ ਹਰ ਕੀ ਭਾਵਏ। ਹਜ਼ੂਰ ਕਹਿੰਦੇ ਮੈਨੂੰ ਹਰੀ ਪਰਮੇਸ਼ਰ ਦੀ ਭਗਤੀ ਪਾਉਂਦੀ ਹੈ। ਅਥਵਾ ਸੰਗਤ ਜੀ, ਜਿਹੜੀ ਜੀਵ ਇਸਤਰੀ ਆਪਣੇ ਪਤੀ ਦੀ ਦਾਸੀ ਬਣ ਕੇ ਸੇਵਾ ਕਰਦੀ ਹੈ ਨਾ, ਉਹਨੂੰ ਤਾਂ ਹਰੀ ਦੀ ਪ੍ਰੇਮਾ ਭਗਤੀ ਹੀ ਚੰਗੀ ਲੱਗਦੀ ਹੈ। ਅਗਾਧ ਬੋਧ ਅਕਥ ਕਥੀਐ। ਅਗਾਧ ਡੂੰਘਾ ਹੈ, ਬੋਧ ਨਾਮ ਗਿਆਨ ਦਾ ਹੈ, ਵਿਚਾਰ ਦਾ ਹੈ। ਅਕਥ ਨਾਮ ਕਥਨ ਤੋਂ ਰਹਿਤ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਬਹੁਤ ਡੂੰਘਾ ਹੈ। ਸੰਗਤ ਜੀ, ਸਮੁੰਦਰਾਂ ਦੀ ਡੂੰਘਾਈ ਤਾਂ ਹੋ ਸਕਦਾ ਕੋਈ ਮਾਪ ਲਵੇ, ਪਰ ਪਰਮੇਸ਼ਰ ਦੀ ਡੂੰਘਾਈ ਨੂੰ ਕੋਈ ਮਾਪ ਨਹੀਂ ਸਕਦਾ। ਇਉਂ ਅਗਾਧ ਹੈ ਤੇ ਬੋਧ ਗਿਆਨਵਾਨ ਹੈ। ਪਰਮੇਸ਼ਰ ਵਰਗਾ ਕੋਈ ਗਿਆਨੀ ਵੀ ਨਹੀਂ। ਉਹਦੇ ਗਿਆਨ ਦੀ ਮਾਪਣਾ ਕਰਨੀ ਜਿਹੜੀ ਹੈ ਨਾ, ਉਹ ਵੀ ਬਹੁਤ ਔਖੀ ਹੈ। ਗਿਆਨ ਨੂੰ ਵੀ ਕੋਈ ਮਾਪ ਨਹੀਂ ਸਕਦਾ। ਤੇ ਅਕਤ ਹੈ, ਨਾ ਕਤਿਆ ਜਾਣ ਵਾਲਾ, ਪਰ ਲਕਸ਼ਣਾ ਬਿਰਤੀ ਦੁਆਰਾ ਮਹਾਤਮਾ ਜਨ ਉਹਨੂੰ ਕਥੀਏ ਕਥਨ ਕਰਦੇ ਨੇ। ਸਹਿਜ ਪ੍ਰਭ ਗੁਣ ਗਾਵੇ। ਸੁੱਤੇ ਸਿੱਧ ਗਿਆਨ ਵਿੱਚ ਜੁੜ ਕਰਕੇ ਪ੍ਰਭੂ ਦੇ ਗੁਣ ਗਾਉਂਦੇ ਨੇ। RAM ਨਾਮ ਰਸਾਲ ਰਸੀਆ। ਰਮਿਆ ਹੋਇਆ ਜੋ ਰਾਮ ਪਰਮੇਸ਼ਰ ਹੈ, ਉਸ ਵਾਹਿਗੁਰੂ ਦਾ ਨਾਮ ਰਸਾਂ ਦਾ ਘਰ ਹੈ ਤੇ ਉਹ ਆਪ ਰਸੀਆ ਮਾਲਕ ਹੈ। ਰਵੈ ਸਾਚ ਪਿਆਰੀਆ। ਜਿਹੜੀਆਂ ਜੀਵ ਇਸਤਰੀਆਂ ਉਸ ਸੱਚੇ ਵਾਹਿਗੁਰੂ ਨੂੰ ਪਿਆਰ ਕਰਦੀਆਂ ਨੇ ਜੀ, ਫਿਰ ਉਹ ਰਸਾਂ ਦੇ ਘਰ ਰਸੀਆ ਮਾਲਕ ਵਾਹਿਗੁਰੂ ਦੇ ਆਨੰਦ ਨੂੰ ਰਵੈ ਉਚਾਰਨ ਕਰਦੀਆਂ ਨੇ, ਰਵੈ ਮਾਣਦੀਆਂ ਨੇ। ਗੁਰ ਸ਼ਬਦ ਦੀਆ ਦਾਨ ਕੀਆ। ਸਤਿਗੁਰੂ ਜੀ ਕਹਿੰਦੇ ਗੁਰੂ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਉਪਦੇਸ਼ ਦਿੱਤਾ ਤੇ ਉਪਦੇਸ਼ ਦਾ ਦਾਨ ਕੀਆ। ਮਹਾਰਾਜ ਨੇ ਸਾਨੂੰ ਇਹ ਬਹੁਤ ਵੱਡੀ ਦਾਤ ਦੇਣਾ ਕੀਤੀ। ਨਾਨਕਾ ਵਿਚਾਰੀਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਅਸੀਂ ਹੁਣ ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ, ਅਭਿਆਸ ਕਰਦੇ ਹਾਂ ਵਾਰ-ਵਾਰ। ਸ੍ਰੀ ਤਰ ਮੋਹ ਅੜੀ। ਸ੍ਰੀ ਧਰ ਨਾਮ ਪਰਮੇਸ਼ਰ ਦਾ ਹੈ ਸੰਗਤ ਜੀ। ਜੋ ਮਾਇਆ ਦਾ ਪਤੀ ਹੈ ਅਕਾਲ ਪੁਰਖ ਵਾਹਿਗੁਰੂ, ਉਸ ਸ੍ਰੀ ਧਰ ਵਾਹਿਗੁਰੂ ਦੇ ਸਰੂਪ ਨੂੰ ਵੇਖ ਕੇ ਇਹ ਜੀਵ ਇਸਤਰੀ ਮੋਹੀ ਗਈ। ਫਿਰ ਸੰਗ ਸੂਤੀ RAM। ਅਤੇ ਫਿਰ ਨਾਮ ਪਤੀ ਦਾ ਹੈ। ਪਤੀ ਦੇ ਨਾਲ ਇਹ ਜੀਵ ਇਸਤਰੀ ਸੂਤੀ ਗਈ ਹੈ। ਸੂਤੀ ਤੋਂ ਭਾਵ ਇੱਕ ਮਿਕ ਹੋ ਗਈ। ਗੁਰ ਕੈ ਭਾਏ ਚਲੋ। ਸੰਗਤ ਜੀ, ਹਜ਼ੂਰ ਕਹਿੰਦੇ ਗੁਰੂ ਦੀ ਰਜ਼ਾ ਵਿੱਚ ਤੁਰਨਾ ਕਰੋ। ਸਾਚ ਸੰਗੂਤੀ RAM। ਜਿਹੜੀਆਂ ਜੀਵ ਇਸਤਰੀਆਂ ਗੁਰੂ ਦੀ ਰਜ਼ਾ ਵਿੱਚ, ਗੁਰੂ ਦੇ ਭਾਣੇ ਵਿੱਚ ਚੱਲਦੀਆਂ ਨੇ, ਉਹ ਸੱਚਮੁੱਚ ਹੀ ਵਾਹਿਗੁਰੂ ਦੇ ਨਾਲ ਸੰਯੁਕਤ ਹੋ ਜਾਂਦੀਆਂ ਨੇ, ਭਾਵ ਵਾਹਿਗੁਰੂ ਨਾਲ ਇੱਕ ਮਿਕ ਹੋ ਜਾਂਦੀਆਂ ਨੇ। ਤਨ ਸਾਚ ਸੰਗੂਤੀ ਹਰ ਸੰਗ ਸੂਤੀ। ਧਨ ਜੀਵ ਇਸਤਰੀ ਸਾਚ ਸਤ ਸਰੂਪ ਵਾਹਿਗੁਰੂ ਦੇ ਨਾਲ ਸੰਗੂਤੀ ਇੱਕ ਮਿਕ ਹੋਈ ਹੈ, ਸਾਥ ਮਿਲ ਗਿਆ। ਸੰਗ ਸਖੀ ਸਹੇਲੀਆ। ਹਰ ਸੰਗ ਸੂਤੀ ਤੇ ਹਰੀ ਨਾਲ ਉਸ ਜੀਵ ਇਸਤਰੀ ਦਾ ਮਿਲਾਪ ਹੋ ਗਿਆ। ਸੂਤੀ ਤੋਂ ਭਾਵ ਸੁੱਤੀ ਹੋਈ ਹੈ। ਸੂਤੀ ਤੋਂ ਭਾਵ
ਉਸ ਵਾਹਿਗੁਰੂ ਨਾਲ ਇੱਕ ਮਿਕ ਹੋਈ ਹੈ। ਸੰਗ ਸਖੀ ਸਹੇਲੀਆਂ ਅਤੇ ਨਾਲ ਜਿਹੜੀਆਂ ਇੰਦਰੀਆਂ ਰੂਪ ਸਖੀਆਂ ਸਹੇਲੀਆਂ ਨੇ, ਸੰਗਤ ਜੀ ਇਹ ਵੀ ਹੁਣ ਵਾਹਿਗੁਰੂ ਦੇ ਨਾਲ ਇੱਕ ਮਿਕ ਹੋ ਗਈਆਂ। ਇਕ ਭਾਏ ਇਕ ਮਨ ਨਾਮ ਵਸਿਆ। ਇੱਕ ਭਾਏ, ਭਾਏ ਦਾ ਅਰਥ ਹੈ ਪ੍ਰੇਮ। ਜਿਨ੍ਹਾਂ ਨੇ ਇੱਕ ਨਾਲ ਪ੍ਰੇਮ ਕੀਤਾ, ਉਹਨਾਂ ਦੇ ਮਨ ਵਿੱਚ ਇੱਕ ਵਾਹਿਗੁਰੂ ਦਾ ਨਾਮ ਵਸ ਗਿਆ। ਸਤਿਗੁਰੂ ਹਮ ਮੇਲੀਆ। ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਪਰਮੇਸ਼ਰ ਨਾਲ ਮਿਲਾ ਦਿੱਤਾ। ਦਿਨ ਰੈਣ ਘੜੀ ਨਾ ਚਸਾ ਵਿਸਰੈ। ਸੱਚੇ ਪਾਤਸ਼ਾਹ ਜੀ ਕਹਿੰਦੇ ਦਿਨ ਅਤੇ ਰਾਤ ਨੂੰ ਤਥਾ ਘੜੀ ਤੇ ਚਸਾ ਉਹ ਵਿਸਰੇ ਨਾ, ਭੁੱਲੇ ਨਾ। ਸਾਸ ਸਾਸ ਨਿਰੰਜਨੋ। ਜੋ ਨਿਰੰਜਨੋ ਸੁਧ ਸਰੂਪ ਹੈ, ਮਾਇਆ ਦੀ ਮੈਲ ਤੋਂ ਰਹਿਤ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਵਾਸ ਸਵਾਸ ਸਾਨੂੰ ਚੇਤੇ ਆਵੇ। ਸ਼ਬਦ ਜੋਤ ਜਗਾਏ ਦੀਪਕ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਸਾਹਿਬ ਜੀ ਨੇ ਹੋਰ ਵੀ ਕਿਰਪਾ ਕੀਤੀ। ਸ਼ਬਦ ਨਾਲ ਜੋੜ ਕਰਕੇ ਸਾਡੇ ਅੰਦਰ ਦਾ ਜਿਹੜਾ ਦੀਪਕ ਬੁਝਿਆ ਹੋਇਆ ਸੀ ਨਾ, ਉਹ ਸਾਨੂੰ ਉਪਦੇਸ਼ ਦੇ ਕਰਕੇ ਜਗਾਉਣਾ ਕੀਤਾ। ਸਾਡੇ ਅੰਦਰ ਗਿਆਨ ਦਾ ਚਾਨਣ ਕਰ ਦਿੱਤਾ। ਨਾਨਕਾ ਪਉ ਭੰਜਨੋ। ਹਜੂਰ ਕਹਿੰਦੇ ਪਰਮੇਸ਼ਰ ਸਾਰੇ ਭਉ ਡਰ ਨਿਵਰਤ ਕਰਨ ਵਾਲਾ ਹੈ। ਜੋਤ ਸਬਾਇੜੀਏ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਸ ਵਾਹਿਗੁਰੂ ਦੀ ਜੋਤ, ਉਹਦੀ ਚੇਤਨ ਸਤਾ ਸਬਾਇੜੀਏ ਸਾਰਿਆਂ ਦੇ ਵਿੱਚ ਵਰਤਦੀ ਹੈ। ਤ੍ਰਿਭਵਨ ਸਾਰੇ ਰਾਮ। ਇਉਂ ਤਿੰਨਾਂ ਭਵਨਾਂ ਦੇ ਵਿੱਚ ਜਿੰਨੇ ਵੀ ਸਾਰੇ ਜੀਵ ਨੇ, ਹੇ ਭਾਈ ਉਹਨਾਂ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਦੀ ਜੋਤ ਵਰਤਦੀ ਹੈ। ਅਥਵਾ ਤਿੰਨਾਂ ਭਵਨਾਂ ਦੇ ਵਿੱਚ ਜਿੰਨੇ ਵੀ ਲੋਕ ਨੇ, ਜੀਵ ਨੇ, ਪਰਮੇਸ਼ਰ ਸਾਰਿਆਂ ਦੀ ਸਾਰੇ ਸਾਰ ਲੈਂਦਾ ਹੈ, ਸੰਭਾਲ ਕਰਦਾ ਹੈ। ਘਟ ਘਟ ਰਵ ਰਹਿਆ। ਸੰਗਤ ਜੀ ਉਹ ਸਾਰੇ ਸਰੀਰਾਂ ਦੇ ਵਿੱਚ ਲਬਾਲਬ ਭਰਪੂਰ ਹੋ ਰਿਹਾ ਹੈ। ਅਲਖ ਅਪਾਰੇ RAM। ਉਹ ਪਰਮੇਸ਼ਰ ਲਖਿਆ ਨਹੀਂ ਜਾਂਦਾ, ਵੇਖਿਆ ਨਹੀਂ ਜਾਂਦਾ, ਅਲਖ ਹੈ। ਅਪਾਰੇ ਪਾਰਾਵਾਰ ਤੋਂ ਰਹਿਤ ਹੈ ਭਾਈ। ਅਲਖ ਅਪਾਰ ਅਪਾਰ ਸਾਚਾ। ਉਹ ਨਾ ਲਖਿਆ ਜਾਣ ਵਾਲਾ ਪਾਰਾਵਾਰ ਤੋਂ ਰਹਿਤ ਹੈ। ਸੱਚਾ ਪਰਮੇਸ਼ਰ ਪਾਰਾਵਾਰ ਤੋਂ ਰਹਿਤ ਹੈ। ਆਪ ਮਾਰ ਮਿਲਾਈ ਹੈ। ਹਜੂਰ ਕਹਿੰਦੇ ਆਪਾ ਭਾਵ ਨੂੰ ਮਾਰ, ਮੈਂ ਮੇਰੀ ਨੂੰ ਮਾਰ। ਤੇ ਉਸ ਵਾਹਿਗੁਰੂ ਨਾਲ ਫਿਰ ਤੇਰਾ ਮਿਲਾਪ ਹੋਵੇਗਾ। ਪਰ ਜਿੰਨਾ ਚਿਰ ਸਾਡੇ ਅੰਦਰੋਂ ਆਪਾ ਭਾਵ ਨਹੀਂ ਮਰਦਾ, ਮੈਂ ਮੇਰੀ ਨਹੀਂ ਮਰਦੀ, ਸੰਗਤ ਜੀ ਉਹਨਾਂ ਚਿਰ ਵਾਹਿਗੁਰੂ ਨਾਲ ਮਿਲਾਪ ਨਹੀਂ ਹੋ ਸਕਦਾ। ਮੈਂ ਮੇਰੀ ਸਾਡੀ ਸਦਾ ਹੀ ਬਣੀ ਰਹਿੰਦੀ। ਆਹ ਕੰਮ ਮੈਂ ਕੀਤਾ, ਆਹ ਕੰਮ ਮੈਂ ਕੀਤਾ। ਜੇ ਮੈਂ ਨਾ ਹੁੰਦਾ ਤੇ ਹੋਣਾ ਹੀ ਨਹੀਂ ਸੀ। ਇਹ ਜਿਹੜੀ ਸਾਡੀ ਮੈਂ ਆ, ਇਹ ਜਿਹੜਾ ਸਾਡਾ ਆਪਾ ਭਾਵ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹਨੂੰ ਮਾਰ ਨਾ ਕਰ। ਇਹਨੂੰ ਮਾਰ ਕੇ ਤੇ ਫਿਰ ਉਸ ਵਾਹਿਗੁਰੂ ਦੇ ਨਾਲ ਮਿਲਣਾ ਕਰ। ਹਉ ਮੈਂ ਮਮਤਾ ਲੋਭ ਜਾਲੋ। ਸੱਚੇ ਪਾਤਸ਼ਾਹ ਜੀ ਕਹਿੰਦੇ ਹਉਮੈ, ਪਦਾਰਥਾਂ ਦੀ, ਮਮਤਾ ਮੇਰ ਤੇਰ ਦੀ ਅਤੇ ਲੋਭ, ਇਹਨਾਂ ਨੂੰ ਜਾਲਣਾ ਕਰ, ਇਹਨਾਂ ਨੂੰ ਸਾੜਨਾ ਕਰ। ਸ਼ਬਦ ਮੈਲ ਚੁਕਾਈ ਹੈ। ਗੁਰੂ ਦੇ ਉਪਦੇਸ਼ ਨਾਲ ਜੁੜ, ਗੁਰੂ ਦੇ ਉਪਦੇਸ਼ ਦੀ ਕਮਾਈ ਕਰ, ਗੁਰੂ ਦੇ ਸ਼ਬਦ ਦਾ ਵਾਰ-ਵਾਰ ਅਭਿਆਸ ਕਰ। ਫਿਰ ਕੀ ਹੋਵੇਗਾ ਜੀ? ਮੈਲ ਚੁਕਾਈਏ। ਤੇਰੇ ਅੰਦਰੋਂ ਜਿਹੜੀ ਮੈਲ ਹੈ ਉਹ ਚੁਕਾਈਏ, ਨਿਵਰਤ ਹੋ ਜਾਵੇਗੀ। ਦਰ ਜਾਏ ਦਰਸ਼ਨ ਕਰੀ ਭਾਣੈ। ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦਰ ਜਾਏ, ਗੁਰੂ ਕੀ ਸੰਗਤ ਵਿੱਚ ਜਾ ਕੇ ਤੇ ਗੁਰੂ ਦੇ ਦਰਸ਼ਨ ਕਰੀ
ਅਥਵਾ ਆਪਣੇ ਅੰਦਰੋਂ ਹੰਗਤਾ ਮਮਤਾ ਦੀ ਮੈਲ ਨੂੰ ਨਿਵਰਤ ਕਰਕੇ ਜਦੋਂ ਤੂੰ ਸਰੂਪ ਰੂਪੀ ਘਰ ਵਿੱਚ ਜਾਵੇਂਗਾ ਤੇ ਫਿਰ ਤੈਨੂੰ ਉੱਥੇ ਵਾਹਿਗੁਰੂ ਦੇ ਦਰਸ਼ਨ ਪ੍ਰਾਪਤ ਹੋਣਗੇ। ਤਾਰ ਤਾਰਨ ਹਾਰਿਆ ਪਹਾੜੇ ਵਿੱਚ ਰਜਾ ਵਿੱਚ ਚੱਲ ਕੇ ਉਹਦੇ ਦਰ ਤੇ ਜਾਵੀਂ ਤੇ ਉਹਦੇ ਦਰਸ਼ਨ ਦੀਦਾਰ ਕਰੀ। ਇਹ ਸਤਿਗੁਰੂ ਜੀ ਕਹਿੰਦੇ ਨੇ ਤਾਰ ਤਾਰ ਨਾਰਿਆ, ਹੇ ਜੀਵਾਂ ਨੂੰ ਤਾਰਨ ਵਾਲੇ ਵਾਹਿਗੁਰੂ ਕਿਰਪਾ ਕਰਕੇ ਸਾਨੂੰ ਵੀ ਸੰਸਾਰ ਸਮੁੰਦਰ ਤੋਂ ਤਾਰ ਨਾ ਕਰੋ। ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ। ਹਜੂਰ ਕਹਿੰਦੇ ਨੇ ਹਰੀ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਚੱਖ ਕੇ ਛਕ ਕੇ ਤੇ ਮੈਂ ਤ੍ਰਿਪਤ ਹੋ ਗਈ ਹਾਂ। ਨਾਨਕਾ ਉਰ ਧਾਰਿਆ। ਹਜੂਰ ਕਹਿੰਦੇ ਉਸ ਵਾਹਿਗੁਰੂ ਦੇ ਨਾਮ ਨੂੰ ਅਸੀਂ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ ਹੈ। ਜਿਵੇਂ ਸੂਤ ਵਿੱਚ ਮਣਕੇ ਪਰੋਏ ਜਾਂਦੇ ਨੇ, ਇਸ ਤਰ੍ਹਾਂ ਸਵਾਸ ਸਵਾਸ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਪਰੋਣਾ ਕੀਤਾ ਹੈ। ਇਹ ਸਤਿਗੁਰਾਂ ਨੇ ਪਾਵਨ ਹੁਕਮ ਦੀ ਵਿਚਾਰ ਬਖਸ਼ਿਸ਼ ਕੀਤੀ ਸੀ। ਆਓ ਰਾਮਕਲੀ ਰਾਗ ਵਿੱਚ ਜੋ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਜੀ ਦੀ ਬਾਣੀ ਦੇ ਸਿਰਲੇਖ ਹੇਠ ਬਾਣੀ ਉਚਾਰਨ ਕੀਤੀ ਸੀ, ਉਸ ਪਾਵਨ ਬਾਣੀ ਦੀਆਂ 38 ਪੌੜੀਆਂ ਜੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਸਨ। ਸੰਗਤ ਜੀ, ਇਹਨਾਂ ਦੀ ਵਿਚਾਰ ਆਪਾਂ ਕੱਲ ਤੱਕ ਕੀਤੀ ਸੀ। ਅਗਲੀਆਂ ਜਿਹੜੀਆਂ 2 ਪੌੜੀਆਂ ਨੇ ਇਹਨਾਂ ਦੇ ਬਾਰੇ ਸਾਡੇ ਧਾਰਮਿਕ ਗ੍ਰੰਥਾਂ ਨੇ ਇਉਂ ਜ਼ਿਕਰ ਕੀਤਾ ਹੈ ਕਿ ਜਿਹੜੀ 39ਵੀਂ ਪੌੜੀ ਹੈ ਇਹ ਧੰਨ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਤੇ ਸੁਭਾਏਮਾਨ ਹੋ ਕਰਕੇ ਉਚਾਰਨ ਕੀਤੀ ਸੀ, ਅਤੇ ਜਿਹੜੀ 40ਵੀਂ ਪੌੜੀ ਹੈ ਇਹ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਆਨੰਦ ਸਾਹਿਬ ਜੀ ਦੀ ਬਾਣੀ ਨੂੰ ਸੰਪੂਰਨ ਕੀਤਾ ਅਤੇ ਨਾਲ ਮਹਾਤਮ ਵੀ ਦਰਸਾਇਆ ਸੀ। ਗੁਰਪ੍ਰਤਾਪ ਸੂਰਜ ਗ੍ਰੰਥ ਦੀ ਪਹਿਲੀ ਰਾਸ ਵਿੱਚ ਸੰਗਤ ਜੀ 59ਵੇਂ ਅੰਸੂ ਦੇ ਵਿੱਚ ਇਹਦਾ ਜ਼ਿਕਰ ਕਵੀ ਰਾਜ ਚੂੜਾਮਣ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਹੈ ਵੀ ਇਹ ਜਿਹੜੀਆਂ ਅਖੀਰਲੀਆਂ 2 ਪੌੜੀਆਂ ਨੇ 39ਵੀਂ ਤੇ 40ਵੀਂ ਇੱਕ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ ਤੇ ਇੱਕ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਆਓ ਪਿਆਰ ਸਹਿਤ ਸਰਵਣ ਕਰੀਏ ਜੀ। ਇਹੋ ਸਾਚਾ ਸੋਹਿਲਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਭਾਵੇਂ ਸੰਗਤ ਜੀ ਇੱਥੇ ਮਹੱਲਾ ਨਹੀਂ ਦਿੱਤਾ, ਕਿਉਂਕਿ ਸਰੂਪ ਇੱਕ ਹੈ, ਜੋਤ ਇੱਕ ਹੈ, ਇਸ ਕਰਕੇ ਇੱਥੇ ਮਹੱਲੇ ਦੀ ਲੋੜ ਨਹੀਂ ਸੀ। ਇਸ ਕਰਕੇ ਸਤਿਗੁਰਾਂ ਨੇ ਇੱਥੇ ਮਹੱਲਾ ਚੌਥਾ ਨਹੀਂ ਜਾਂ ਪੰਜਵਾਂ ਨਹੀਂ ਪਾਇਆ। ਹਜੂਰ ਨੇ ਇਹ ਪੌੜੀ ਉਚਾਰਨ ਕੀਤੀ ਹੈ। ਇਹ ਜਿਹੜਾ ਸੱਚਾ ਸੋਹਿਲਾ ਹੈ ਨਾ ਆਨੰਦ ਸਾਹਿਬ ਜੀ ਦੀ ਬਾਣੀ ਦਾ, ਸਾਚੈ ਘਰ ਗਾਵੋ। ਭਾਈ ਸੱਚੇ ਘਰ ਸੰਗਤ ਰੂਪੀ ਘਰ ਵਿੱਚ ਇਹਨੂੰ ਗਾਇਨ ਕਰਨਾ ਕਰੋ। ਗਾਵੋ ਤਾਂ ਸੋਹਿਲਾ ਘਰ ਸਾਚੈ। ਇਹ ਜਸ ਰੂਪੀ ਜਿਹੜੀ ਆਨੰਦ ਸਾਹਿਬ ਜੀ ਦੀ ਬਾਣੀ ਹੈ ਅਥਵਾ ਇਹ ਜਿਹੜਾ ਸੋਹਿਲਾ ਜਸ ਦਾ ਗੀਤ ਹੈ ਨਾ, ਇਹਨੂੰ ਸੰਗਤ ਰੂਪੀ ਸੱਚੇ ਘਰ ਵਿੱਚ ਭਾਈ ਗਾਉਣਾ ਕਰੋ। ਜਿੱਥੇ ਸਦਾ ਸੱਚ ਧਿਆਵਹਿ। ਜਿੱਥੇ ਸਦਾ ਹੀ ਸੱਚੇ ਵਾਹਿਗੁਰੂ ਨੂੰ ਚੇਤੇ ਕੀਤਾ ਜਾਂਦਾ। ਸੱਚੋ ਧਿਆਵਹਿ ਜਾਂ ਤੁਧ ਭਾਵਹਿ। ਜਾਂ ਜਦੋਂ ਵਾਹਿਗੁਰੂ ਤੁਹਾਨੂੰ ਭਾ ਜਾਵੇ, ਚੰਗਾ ਲੱਗੇ, ਤਾਂ ਇਹ ਜੀਵ ਸੱਚ ਨੂੰ ਧਿਆਉਂਦਾ ਹੈ। ਗੁਰਮੁਖ ਜਿਨ੍ਹਾਂ 부ਝਾਵਹਿ। ਜਿਨ੍ਹਾਂ ਗੁਰਮੁਖਾਂ ਨੂੰ ਆਪ ਸੋਝੀ ਬਖਸ਼ਿਸ਼ ਕਰਦਾ, ਜਿਨ੍ਹਾਂ ਨੂੰ ਆਪ ਸਮਝਾ ਦਿੰਦਾ। ਇਹੋ ਸੱਚ ਸਭਨਾ ਕਾ ਖਸਮ ਹੈ। ਹਜੂਰ ਕਹਿੰਦੇ ਭਾਈ ਇਹ ਸੱਚ ਸਾਰਿਆਂ ਦਾ ਮਾਲਕ ਹੈ। ਜਿਸ ਬਖਸ਼ੇ ਸੋ ਜਨ ਪਾਵਹਿ। ਜਿਨ੍ਹਾਂ ਤੇ ਬਖਸ਼ਿਸ਼ ਕਰਦਾ ਵਾਹਿਗੁਰੂ ਉਹਨਾਂ ਨੂੰ ਭਾਈ ਇਹ ਪਾਵਨ
ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਕਹੈ ਨਾਨਕ ਸੱਚ ਸੋਹਿਲਾ। ਹਜੂਰ ਕਥਨ ਕਰਦੇ ਨੇ ਭਾਈ ਇਹ ਸੱਚਾ ਸੋਹਿਲਾ, ਸੱਚ ਦਾ ਗੀਤ ਆਨੰਦ ਸਾਹਿਬ ਜੀ ਦੀ ਬਾਣੀ। ਸੱਚੇ ਘਰ ਗਾਵਹਿ। ਸੱਚੇ ਘਰ ਸੰਗਤ ਰੂਪੀ ਘਰ ਦੇ ਵਿੱਚ ਇਹਦਾ ਗਾਇਨ ਕਰੇ। ਆਨੰਦ ਸੁਨਹੁ ਵੱਡ ਭਾਗੀ ਹੋ। ਇਹ 40ਵੀਂ ਪੌੜੀ ਹੈ ਸੰਗਤ ਜੀ, ਜਿਹਦੀ ਬਾਬਤ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ, ਔਰ ਫਰੀਦਕੋਟ ਵਾਲੇ ਟੀਕੇ ਦੇ ਵਿੱਚ ਵੀ ਇਹਦਾ ਜ਼ਿਕਰ ਆਇਆ ਇਹਨਾਂ ਦੋ ਪੌੜੀਆਂ ਦਾ। ਕਿਉਂਕਿ ਜਿਹੜਾ ਫਰੀਦਕੋਟ ਵਾਲਾ ਟੀਕਾ ਉਹ ਬਹੁਤ ਸਾਰੇ ਵਿਦਵਾਨਾਂ ਨੇ ਰਲ ਕੇ ਕੀਤਾ ਸੀ, ਉਹਦੇ ਵਿੱਚ ਵੀ ਇਹਦਾ ਜ਼ਿਕਰ ਆਇਆ ਕਿ ਇਹ ਦੋ ਪੌੜੀਆਂ ਇੱਕ ਗੁਰੂ ਰਾਮਦਾਸ ਜੀ ਦੀ ਤੇ ਇੱਕ ਗੁਰੂ ਅਰਜਨ ਸਾਹਿਬ ਜੀ ਦੀ ਹੈ। ਰਹੋ ਵਿਚਾਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਨੰਦ ਸੁਣੋ ਵਡਭਾਗੀ ਹੋ। ਆਨੰਦ ਦਾ ਅਰਥ ਹੈ ਜਸ, ਆਨੰਦ ਦਾ ਅਰਥ ਹੈ ਆਨੰਦ। ਇਹ ਆਨੰਦ ਸਾਹਿਬ ਜੀ ਦੀ ਬਾਣੀ ਵੱਡਿਆਂ ਭਾਗਾਂ ਵਾਲਿਓ ਸਰਵਣ ਕਰਨਾ ਕਰੋ। ਵਾਹਿਗੁਰੂ ਦਾ ਜਸ ਸਰਵਣ ਕਰਨਾ ਕਰੋ। ਸਗਲ ਮਨੋਰਥ ਪੂਰੇ। ਫਿਰ ਭਾਈ ਤੁਹਾਡੇ ਸਾਰੇ ਮਨੋਰਥ ਪੂਰੇ ਹੋਣਗੇ। ਪਾਰ ਬ੍ਰਹਮ ਪ੍ਰਭ ਪਾਇਆ। ਪਾਰਾਵਾਰ ਤੋਂ ਰਹਿਤ ਬ੍ਰਹਮ ਪ੍ਰਭੂ ਨੂੰ ਪ੍ਰਾਪਤ ਕਰ ਲਿਆ। ਉਤਰੇ ਸਗਲ ਵੇਸੂਰੇ। ਇਹ ਹਜੂਰ ਕਹਿੰਦੇ ਨੇ ਸਾਰੇ ਝਿਉਰੇ ਉਤਰ ਗਏ ਨੇ, ਹੁਣ ਕਿਸੇ ਪ੍ਰਕਾਰ ਦਾ ਕੋਈ ਝਿਉਰਾ ਨਹੀਂ। ਦੁਖ ਰੋਗ ਸੰਤਾਪ ਉਤਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਰੀਰਕ ਦੁੱਖ ਅਤੇ ਹਉਮੈ ਅਹੰਤਾ ਮਮਤਾ ਦੇ ਰੋਗ ਇਹ ਜਿਹੜੇ ਸਾਨੂੰ ਸੰਤਾਉਂਦੇ ਸੀ ਇਹ ਉਤਰ ਗਏ, ਨਿਵਰਤ ਹੋ ਗਏ। ਸੁਣੀ ਸੱਚੀ ਬਾਣੀ। ਹਜੂਰ ਕਹਿੰਦੇ ਜਦੋਂ ਅਸਾਂ ਸੱਚੀ ਬਾਣੀ ਸਰਵਣ ਕੀਤੀ ਨਾ ਤੇ ਬਾਣੀ ਨਾਲ ਜੁੜੇ, ਬਾਣੀ ਨੂੰ ਧਿਆਨ ਨਾਲ ਪੜ੍ਹਿਆ ਵਿਚਾਰਿਆ, ਤੇ ਫਿਰ ਸਾਡੇ ਸਰੀਰਕ ਦੁੱਖ ਅਤੇ ਹੰਗਤਾ ਮਮਤਾ ਦੇ ਜਿਹੜੇ ਰੋਗ ਸੀ ਇਹ ਸਾਰੇ ਹੀ ਨਿਵਰਤ ਹੋ ਗਏ। ਸੰਤ ਸਾਜਨ ਭਏ ਸਰਸੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਤ ਸ਼ਾਂਤ ਆਤਮਾ ਅਤੇ ਸਾਜਣ ਜਿਹੜੇ ਸੱਜਣ ਨੇ ਇਹ ਸਾਰੇ ਹੀ ਸਹਿਤ ਰਸਦੇ ਹੋਏ ਨੇ। ਸਾ ਜਮਾ ਰਸੇ, ਸਾ ਤੋਂ ਭਾਵ ਸਹਿਤ, ਰਸੇ ਤੋਂ ਭਾਵ ਰਸ, ਸਹਿਤ ਰਸ ਦੇ ਹੋਏ ਨੇ। ਕਈ ਇਸ ਪੰਕਤੀ ਦੇ ਆਪਣੇ ਵੱਲ ਨੂੰ ਖਿੱਚ ਕੇ ਵੀ ਅਰਥ ਕਰਦੇ ਨੇ ਵੀ ਸੰਤ ਸੱਜਣ ਜਿਹੜੇ ਨੇ ਜੀ ਉਹ ਸਰਸੇ ਵਿੱਚ ਹੋਏ ਨੇ। ਇਹ ਇਹਦਾ ਅਨਰਥ ਹੈ, ਇਹ ਇਹਦਾ ਅਰਥ ਨਹੀਂ ਬਣਦਾ ਸੰਗਤ ਜੀ। ਸਤਿਗੁਰੂ ਜੀ ਕਹਿੰਦੇ ਸ਼ਾਂਤ ਆਤਮਾ ਅਤੇ ਸਾਜਣ ਜਿਹੜੇ ਸ਼ੁਭ ਗੁਣ ਨੇ ਇਹ ਸਹਿਤ ਰਸ ਦੇ ਹੋ ਗਏ। ਪੂਰੇ ਗੁਰ ਤੇ ਜਾਣੀ। ਪੂਰੇ ਗੁਰੂ ਤੋਂ ਹੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਜਾਣਿਆ ਜਾਂਦਾ ਹੈ। ਸੁਣ ਤੇ ਪੁਨੀਤ ਕਹਤੇ ਪਵਿੱਤ। ਹਜੂਰ ਕਹਿੰਦੇ ਬਾਣੀ ਸਰਵਣ ਕਰਨ ਵਾਲੇ ਵੀ ਪਵਿੱਤਰ ਨੇ ਤੇ ਭਾਈ ਬਾਣੀ ਬੋਲਣ ਵਾਲੇ ਵੀ ਪਵਿੱਤਰ ਨੇ। ਸਤਿਗੁਰ ਰਹਿਆ ਭਰਪੂਰੇ। ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਾਂ ਸਦਾ ਹੀ ਲਬਾ ਭਰਪੂਰ ਹੋ ਰਿਹਾ ਹੈ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਬੇਨਤੀ ਪੂਰਵਕ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਗੁਰ ਚਰਨ ਲਾਗੇ। ਗੁਰੂ ਦੇ ਪਾਵਨ ਸ਼ਬਦ ਰੂਪੀ ਚਰਨਾਂ ਨਾਲ ਲੱਗੇ ਜੁੜੇ। ਵਾਜੇ ਅਨਹਦ ਤੂਰੇ। ਫਿਰ ਕੀ ਹੋਇਆ ਜੀ? ਹਜੂਰ ਕਹਿੰਦੇ ਨੇ ਅਨਹਦ ਇੱਕ ਰਸ ਲਗਾਤਾਰ ਸਾਡੇ ਅੰਦਰ ਤੂਰੇ ਵੱਜੇ। ਤੂਰੇ ਨਾਮ ਵਾਜੇ ਦਾ ਸੰਗਤ ਜੀ, ਵਾਜੇ ਨਾਮ ਵੱਜਣ ਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਗੁਰੂ ਚਰਨਾਂ ਨਾਲ ਲੱਗੇ ਤੇ ਅੰਦਰ ਸਾਡੇ ਐਸੀ ਚਰਨਾੜ ਛਿੜੀ ਕਿ ਇੱਕ ਰਸ ਲਗਾਤਾਰ ਵਾਜੇ ਵੱਜਣ ਲੱਗ ਪਏ। ਫਿਰ ਉਹ ਵਾਜੇ ਜਿਨ੍ਹਾਂ ਨੂੰ ਅਜੱਪਾ ਜਾਪ ਕਿਹਾ ਜਾਂਦਾ ਹੈ ਕਦੇ ਵਾਸਤੇ ਵੀ ਸੰਗਤ ਜੀ ਉਹ ਰੁਕਦੇ ਨਹੀਂ। ਫਿਰ ਉਹ ਭਾਵੇਂ ਬੰਦਾ ਸੁੱਤਾ ਹੋਵੇ, ਕਾਰੋਬਾਰ ਕਰਦਾ ਹੋਵੇ, ਉਹ ਵਾਜੇ ਵੱਜਦੇ ਰਹਿੰਦੇ। ਤਤ ਤੰਤੀ ਬਿਤ ਚਰਮ ਕਾ ਘਨ ਕਾਚੀ ਕੋ ਜਾਣ ਇਤਿਆਦ ਕੇ ਜਿਹੜੇ 5 ਸ਼ਬਦ ਕਹੇ ਨੇ ਨਾ,
ਸੰਗਤ ਜੀ ਇਹ ਪੰਜ ਵਾਜੇ ਜਿਹੜੇ ਨੇ ਉਹਨਾਂ ਦੇ ਅੰਦਰ ਫਿਰ ਵੱਜਦੇ ਰਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ। ਰਾਮ ਕਲੀ ਸਦ ਸਤਿਗੁਰੂ ਜੀ ਰਾਮ ਕਲੀ ਰਾਗ ਦੇ ਵਿੱਚ ਸਦ ਨਾਮ ਦੀ ਬਾਣੀ ਉਚਾਰਨ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਅਦੁੱਤੀ ਪਰਮੇਸ਼ਰ ਇੱਕ ਹੈ, ਉਹ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਹਦੀ ਉਤਾਨਕਾ ਵਿਦਵਾਨਾਂ ਨੇ ਇਉਂ ਦਿੱਤੀ ਹੈ। ਇੱਕ ਵਾਰੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਗਏ। ਗੋਇੰਦਵਾਲ ਸਾਹਿਬ ਜਾ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਿਹਰੇ ਦੇ ਦਰਸ਼ਨ ਕੀਤੇ। ਫਿਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅਤੇ ਫਿਰ ਆਪਣੀ ਮਾਤਾ ਬੀਬੀ ਭਾਨੀ ਜੀ ਉਹਨਾਂ ਦੇ ਦਿਓਰਿਆਂ ਦੇ ਦਰਸ਼ਨ ਕੀਤੇ। ਮਨ ਵਿੱਚ ਵਿਰਾਗ ਉਤਪੰਨ ਹੋਇਆ। ਉਸ ਵੇਲੇ ਬਾਬਾ ਸੁੰਦਰ ਜੀ ਸਤਿਗੁਰਾਂ ਦੇ ਕੋਲ ਬੈਠੇ ਹੋਏ ਸਨ ਤੇ ਹਜ਼ੂਰ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦੀ ਜਿਹੜੀ ਵਿਚਾਰ ਸੀ ਉਹ ਬਾਬਾ ਸੁੰਦਰ ਜੀ ਤੋਂ ਪੁੱਛੀ। ਬਾਬਾ ਸੁੰਦਰ ਜੀ ਨੇ ਇਹ ਸਦ ਜਿਹੜਾ ਉਚਾਰਨ ਕੀਤਾ ਇਹਦੇ ਵਿੱਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦਾ ਸਾਰਾ ਪ੍ਰਸੰਗ ਵਰਣਨ ਕੀਤਾ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਤੇ ਸੰਗਤ ਜੀ ਪੁਰਾਣਾ ਦੁਆਰਾ ਇਹਦੀ ਬਹੁਤ ਖੋਲ ਕੇ ਵਿਆਖਿਆ ਕੀਤੀ ਹੈ ਔਰ ਇਹਦੇ ਵਿੱਚ ਸਾਰੀ ਜਿਹੜੀ ਮਰਜ਼ਾਦਾ ਹੈ ਉਹ ਅੰਤਮ ਮਰਜ਼ਾਦਾ ਹੈ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਆਪਣੇ ਪਰਿਵਾਰ ਨੂੰ ਸੰਗਤ ਜੀ ਆਪਣੇ ਭਰਾਵਾਂ ਨੂੰ ਆਪਣੇ ਪੁੱਤਰਾਂ ਨੂੰ ਗੁਰੂ ਕੀ ਸੰਗਤ ਨੂੰ ਸਾਰਿਆਂ ਨੂੰ ਕੋਲ ਬਿਠਾ ਕਰਕੇ ਇਹ ਪਾਵਨ ਬਾਣੀ ਦਾ ਉਚਾਰਨ ਕੀਤਾ ਸੀ। ਸਦ ਨਾਮ ਸੱਦੇ ਦਾ ਵੀ ਹੈ, ਸੱਦੜੇ ਆਏ ਤੇ ਨਾ ਜਾਨੀਆਂ। ਜਦੋਂ ਵਾਹਿਗੁਰੂ ਦਾ ਸੱਦਾ ਆ ਗਿਆ ਤੇ ਸੰਗਤ ਜੀ ਫਿਰ ਇਹ ਜੀਵ ਨੂੰ ਜਾਣਾ ਪੈਂਦਾ ਹੈ। ਤੋ ਇਸ ਸੱਦ ਦੇ ਵਿੱਚ ਬਾਬਾ ਸੁੰਦਰ ਜੀ ਨੇ ਗੁਰੂ ਸਾਹਿਬਾਨ ਜੀ ਦੀ ਵੀ ਉਸਤਤ ਕੀਤੀ ਹੈ ਔਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਵੇਂ ਜੋਤੀ ਜੋਤ ਸਮਾਏ ਉਹ ਸਾਰਾ ਪ੍ਰਸੰਗ ਕਥਨ ਕੀਤਾ ਹੈ। ਜਗ ਦਾਤਾ ਸੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਦਾਤਾ ਜਗਤ ਦਾ ਦਾਤਾ ਹੈ। ਵਾਹਿਗੁਰੂ ਜੋ ਜਗਤ ਨੂੰ ਦਾਤਾ ਦੇਣ ਵਾਲਾ। ਭਗਤ ਵਸ਼ਲ ਤੇ ਹੋ ਲੋਏ ਜੀਓ। ਸੰਗਤ ਜੀ ਉਹ ਭਗਤ ਵਚਲ ਹੈ। ਤਿੰਨਾਂ ਲੋਕਾਂ ਵਿੱਚ ਜਿਹੜੇ ਵੀ ਉਹਦੇ ਨਾਲ ਪਿਆਰ ਕਰਦੇ ਨੇ ਉਹਨਾਂ ਨਾਲ ਉਹ ਵਾਹਿਗੁਰੂ ਪਿਆਰ ਕਰਦਾ। ਗੁਰ ਸ਼ਬਦ ਸਮਾਵਏ। ਜਿਹੜੇ ਗੁਰੂ ਸ਼ਬਦ ਵਿੱਚ ਅਭੇਦ ਹੋ ਜਾਂਦੇ ਅਵਰ ਨ ਜਾਣੈ ਕੋਏ ਜੀਓ। ਉਹ ਭਾਈ ਹੋਰ ਕਿਸੇ ਨੂੰ ਨਹੀਂ ਜਾਣਦੇ, ਇੱਕ ਵਾਹਿਗੁਰੂ ਨੂੰ ਹੀ ਜਾਣਦੇ ਨੇ। ਅਵਰੋ ਨ ਜਾਣੈ ਸ਼ਬਦ ਗੁਰ ਕੈ। ਗੁਰੂ ਦੇ ਸ਼ਬਦ ਉਪਦੇਸ਼ ਤੋਂ ਬਗੈਰ ਉਹ ਹੋਰ ਕਿਸੇ ਨੂੰ ਨਹੀਂ ਜਾਣਦੇ। ਏਕ ਨਾਮ ਧਿਆਵਹਿ। ਇੱਕ ਵਾਹਿਗੁਰੂ ਦਾ ਨਾਮ ਧਿਆਉਂਦੇ ਨੇ। ਪ੍ਰਸਾਦ ਨਾਨਕ ਗੁਰੂ ਅੰਗਦ। ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਗੁਰੂ ਅੰਗਦ ਦੇਵ ਜੀ ਨੇ ਪਰਮ ਪਦਵੀ ਪਾਵਹਿ। ਪਰਮ ਪਦਵੀ ਨੂੰ ਪ੍ਰਾਪਤ ਕੀਤਾ, ਭਾਵ ਗੁਰਤਾ ਗੱਦੀ ਪ੍ਰਾਪਤ ਕੀਤੀ। ਆਇਆ ਹਕਾਰਾ ਚੱਲਣ ਵਾਰਾ। ਆਇਆ ਹਕਾਰਾ ਹੁਕਮ ਆਇਆ ਤੇ ਜੀਵ ਇਹ ਚੱਲਣ ਵਾਲਾ ਹੈ। ਜਦੋਂ ਵਾਹਿਗੁਰੂ ਦਾ ਸੱਦਾ ਆਉਂਦਾ ਹੈ ਸੰਗਤ ਜੀ ਫਿਰ ਇਹ ਜੀਵ ਨੂੰ ਜਾਣਾ ਪੈਂਦਾ। ਹਰ ਰਾਮ ਨਾਮ ਸਮਾਇਆ। ਸੱਚੇ ਪਾਤਸ਼ਾਹ ਜੀ ਕਹਿੰਦੇ ਹਰੀ ਆਰਾਮ ਜੋ ਰਮਿਆ ਹੋਇਆ ਹੈ, ਜਿਹੜੇ ਜਿਉਂਦਿਆਂ ਉਹਦੇ ਨਾਮ ਵਿੱਚ ਜੁੜੇ ਰਹੇ ਉਹ ਮਰਨ ਤੋਂ ਬਾਅਦ ਵੀ ਉਹਦੇ ਵਿੱਚ ਹੀ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਨੇ। ਜਗ ਅਮਰ ਅਟਲ ਅਤੋਲ ਠਾਕੁਰ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਜਗਤ ਵਿੱਚ ਵਾਹਿਗੁਰੂ ਅਮਰ ਹੈ, ਮਰਨ ਤੋਂ ਰਹਿਤ ਹੈ, ਉਹ ਟਲਦਾ ਨਹੀਂ, ਟਲਣ ਤੋਂ ਰਹਿਤ ਹੈ।
ਅਤੇ ਅਤੋਲ ਤੋਲਣ ਤੋਂ ਰਹਿਤ ਭਗਤ ਤੇ ਹਰ ਪਾਇਆ। ਠਾਕੁਰ ਦਾ ਅਰਥ ਹੈ ਮਾਲਕ। ਉਹ ਮਾਲਕ ਜਗਤ ਵਿੱਚ ਅਮਰ ਹੈ, ਅਟਲ ਹੈ, ਅਤੋਲ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਭਗਤ ਤੇ ਹਰ ਪਾਇਆ। ਭਗਤੀ ਦੁਆਰਾ ਹੀ ਭਾਈ ਉਸ ਮਾਲਕ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਇਹ ਸੱਦ ਦੀ ਪਹਿਲੀ ਪੌੜੀ ਦੀ ਵਿਚਾਰ ਸਤਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਆਰੰਭ ਕੀਤੀ ਹੈ। ਜਿਵੇਂ ਜਿਵੇਂ ਅੱਗੇ ਸਤਿਗੁਰੂ ਪਾਤਸ਼ਾਹ ਜੀ ਸੰਗਤ ਜੀ ਉਪਦੇਸ਼ ਬਖਸ਼ਿਸ਼ ਕਰਨਗੇ, ਬਾਬਾ ਸੁੰਦਰ ਜੀ ਉਸ ਉਪਦੇਸ਼ ਨੂੰ ਅੰਕਿਤ ਕਰਨਗੇ ਤੇ ਸੰਗਤਾਂ ਉਹ ਉਪਦੇਸ਼ ਸਰਵਣ ਕਰਨਗੀਆਂ ਕਿ ਮਿਰਤਕ ਪ੍ਰਾਣੀ ਦੇ ਜਿਹੜੇ ਅੰਤਮ ਮਰਜ਼ਾਦਾ ਹੈ ਉਹਨੂੰ ਕਿਵੇਂ ਕਿਵੇਂ ਕਰਨਾ ਹੈ। ਉਹ ਸਾਰੀ ਵਿਚਾਰ ਜਿਹੜੀ ਹੈ ਇਹ ਸਤਿਨਾਮੇ ਬਾਣੀ ਦੇ ਵਿੱਚ ਆਵੇਗੀ। ਆਪਾਂ ਅੱਗੇ ਸਤਿਗੁਰੂ ਜੀ ਦੀ ਕਿਰਪਾ ਨਾਲ ਆਉਣ ਵਾਲੇ ਸਮੇਂ ਵਿੱਚ ਗੁਰਮੁਖਾਂ ਪਿਆਰਿਆਂ ਦੇ ਪਾਸੋਂ ਸਰਵਣ ਕਰਾਂਗੇ ਜੀ। ਸਤਿਗੁਰਾਂ ਦਾ ਕੋਟਾੜ ਕੋਟ ਸ਼ੁਕਰ। ਆਪ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪੀਟੀਸੀ ਵਾਲੇ ਵੀਰਾਂ ਦਾ ਵੀ ਧੰਨਵਾਦ ਹੈ, ਕਿਉਂਕਿ ਇਹ ਅੰਮ੍ਰਿਤ ਵੇਲੇ ਤੋਂ ਉੱਠੇ ਹੁੰਦੇ ਨੇ ਸੰਗਤ ਜੀ। 2 ਵਜੇ ਇਹ 2:30 ਵਜੇ ਹਰਿਮੰਦਰ ਸਾਹਿਬ ਪਹੁੰਚ ਜਾਂਦੇ ਨੇ ਤੇ ਫਿਰ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ 7:30 ਵਜੇ ਮੰਜੀ ਸਾਹਿਬ ਆ ਜਾਂਦੇ ਨੇ। ਤੇ ਹੁਣ ਸਮਾਂ ਕਾਫੀ ਹੋ ਚੁੱਕਾ ਹੈ। ਸਤਿਗੁਰੂ ਰਹਿਮਤ ਕਰਨ। ਇਹ ਵੀਰ ਇਸੇ ਤਰ੍ਹਾਂ ਹੀ ਸੇਵਾ ਸੰਭਾਲ ਕਰਦੇ ਰਹਿਣ ਜੀ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ। ਜਗ ਅਮਰ ਅਟਲ ਅਤੋਲ ਠਾਕੁਰ, ਭਗਤ ਤੇ ਹਰ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।